ਮੇਰੇ ਵਿਆਹ ਵਾਲੇ ਦਿਨ ਹੀ ਮੇਰੇ ਪਤੀ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਘਰ ਵਿੱਚ ਕਿਸੇ ਵੀ ਤਰ੍ਹਾਂ ਦੇ ਝਗੜੇ ਬਾਰੇ ਕਦੇ ਨਹੀਂ ਬੋਲੋਗੇ। ਉਸਨੇ ਕਿਹਾ ਕਿ ਤੁਸੀਂ ਕਦੇ ਵੀ ਮੇਰੀ ਭਰਜਾਈ ਨੂੰ ਮਾੜਾ ਨਹੀਂ ਬੋਲਣਾ, ਕਿਉਂਕਿ ਮੈਂ ਔਰਤਾਂ ਦੇ ਮਾਮਲਿਆਂ ਵਿੱਚ ਬੋਲਣ ਵਾਲਾ ਆਦਮੀ ਨਹੀਂ ਹਾਂ। ਤੁਸੀਂ ਆਪਣੇ ਆਪ ਹੀ ਮਾਮਲਾ ਸੁਲਝਾ ਲੈਣਾ, ਕਦੇ ਮੇਰੀ ਭਰਜਾਈ ਦੀ ਸ਼ਿਕਾਇਤ ਕਰਨ ਦੀ ਲੋੜ ਨਹੀਂ। ਜੇਕਰ ਤੁਸੀਂ ਇਸ ਘਰ ਵਿੱਚ ਸਾਰਿਆਂ ਨਾਲ ਬਣਾ ਕੇ ਰੱਖੋਗੇ ਤਾਂ ਤੁਹਾਨੂੰ ਹੀ ਫਾਇਦਾ ਹੋਵੇਗਾ ਅਤੇ ਕਦੇ ਵੀ ਮੇਰੀ ਭਰਜਾਈ ਤੋਂ ਘਰ ਦਾ ਕੋਈ ਕੰਮ ਨਾ ਕਰਵਾਉਣਾ। ਹੁਣ ਜਦੋਂ ਤੁਸੀਂ ਇਸ ਘਰ ਵਿੱਚ ਆ ਗਏ ਹੋ ਤਾਂ ਤੁਹਾਨੂੰ ਇਸ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਲੈਣੀਆਂ ਪੈਣਗੀਆਂ। ਭਾਬੀ ਦੇ ਵਿਆਹ ਨੂੰ ਕਈ ਸਾਲ ਹੋ ਗਏ ਹਨ। ਉਹ ਇਸ ਘਰ ਲਈ ਅਤੇ ਮੇਰੇ ਲਈ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਹੁਣ ਇਸ ਘਰ ਦੀ ਸਾਰੀ ਜ਼ਿੰਮੇਵਾਰੀ ਲੈ ਲਓ। ਮੈਂ ਸਮਝ ਗਈ ਸੀ ਕਿ ਮੇਰਾ ਪਤੀ ਮੈਨੂੰ ਕੀ ਕਹਿਣਾ ਚਾਹੁੰਦਾ ਹੈ। ਮੈਂ ਆਪਣੇ ਪਤੀ ਨੂੰ ਕਹਿ ਦਿੱਤਾ ਸੀ ਕਿ ਮੇਰੇ ਵੱਲੋਂ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ। ਮੇਰੀ ਭਰਜਾਈ ਸਾਰਾ ਦਿਨ ਆਰਾਮ ਕਰਦੀ ਸੀ। ਜਿਸ ਦਿਨ ਤੋਂ ਮੇਰਾ ਵਿਆਹ ਹੋਇਆ ਸੀ ਉਸਨੇ ਘਰ ਦੇ ਕੰਮ ਕਰਨੇ ਛੱਡ ਦਿੱਤੇ ਸਨ ਅਤੇ ਮੈਂ ਘਰ ਦਾ ਸਾਰਾ ਕੰਮ ਕਰਦੀ ਸੀ। ਸਵੇਰ ਤੋਂ ਲੈ ਕੇ ਰਾਤ ਤੱਕ ਘਰ ਦੇ ਕੰਮ ਕਰਦੇ ਹੋਏ ਮੇਰਾ ਸਮਾਂ ਕਿਵੇਂ ਬੀਤ ਜਾਂਦਾ ਸੀ ਇਸ ਦਾ ਮੈਨੂੰ ਪਤਾ ਵੀ ਨਹੀਂ ਲੱਗਦਾ ਸੀ। ਘਰ ਵਿੱਚ ਜਠਾਣੀ ਮੌਜੂਦ ਸੀ ਪਰ ਫਿਰ ਵੀ ਘਰ ਦਾ ਸਾਰਾ ਕੰਮ ਮੈਨੂੰ ਹੀ ਕਰਨਾ ਪੈਂਦਾ ਸੀ। ਮੈਂ ਇਸ ਸਭ ਤੋਂ ਥੱਕ ਗਈ ਸੀ ਕਿਉਂਕਿ ਹਰ ਰੋਜ਼ ਸਵੇਰੇ ਉੱਠਦੇ ਹੀ ਉਹੀ ਕੰਮ ਹੁੰਦੇ ਸੀ। ਮੈਂ ਇਹਨਾਂ ਕੰਮਾਂ ਤੋਂ ਬੋਰ ਹੋ ਗਈ ਸੀ। ਜ਼ਿੰਦਗੀ ਵਿੱਚ ਕੋਈ ਆਨੰਦ ਨਹੀਂ ਸੀ ਅਤੇ ਨਾ ਹੀ ਕੁਝ ਖਾਸ ਸੀ। ਪਰ ਇੱਕ ਗੱਲ ਮੈਨੂੰ ਬੜੀ ਅਜੀਬ ਲੱਗੀ ਸੀ। ਮੇਰੇ ਜੇਠ ਜੀ ਨੇ ਨਵਾਂ ਕੰਮ ਸ਼ੁਰੂ ਕੀਤਾ ਸੀ। ਉਹ ਮਰਦਾਂ ਦੇ ਵਾਲ ਕੱਟਦੇ ਸੀ। ਕਈ ਵਾਰ ਉਹ ਲੋਕਾਂ ਦੇ ਘਰਾਂ ਵਿੱਚ ਲਾਈਟ ਫਿਟਿੰਗ ਦਾ ਕੰਮ ਕਰਦੇ ਸੀ। ਉਹ ਸ਼ੁਰੂ ਤੋਂ ਹੀ ਛੋਟੇ-ਮੋਟੇ ਕੰਮ ਕਰਨ ਦੇ ਸ਼ੌਕੀਨ ਸੀ ਅਤੇ ਵੱਖ-ਵੱਖ ਤਰ੍ਹਾਂ ਦੇ ਕੰਮ ਕਰਦੇ ਸੀ। ਉਸਨੇ ਕਦੇ ਇੱਕ ਕੰਮ ਨਹੀਂ ਕੀਤਾ ਸੀ ਜਿਸ ਕਰਕੇ ਉਹ ਆਪਣਾ ਕਾਰੋਬਾਰ ਚੰਗਾ ਕਰ ਸਕੇ। ਹਰ ਮਹੀਨੇ ਉਹਨਾਂ ਕੋਲ ਨਵੇਂ ਕਿਸਮ ਦਾ ਕੰਮ ਹੁੰਦਾ ਸੀ। ਇੱਕ ਦਿਨ ਜਦੋਂ ਮੈਂ ਸਵੇਰੇ ਬਾਜ਼ਾਰ ਜਾਣ ਲਈ ਘਰੋਂ ਬਾਹਰ ਨਿਕਲੀ ਤਾਂ ਆਂਢ ਗੁਆਂਢ ਦੀਆਂ ਔਰਤਾਂ ਮੇਰੇ ਜੇਠ ਜੀ ਤੋਂ ਮਾਲਿਸ਼ ਕਰਵਾਉਣ ਲਈ ਸਾਡੇ ਘਰ ਆਉਂਦੀਆਂ ਸਨ ਅਤੇ ਉਹਨਾਂ ਦਾ ਆਉਣਾ ਜਾਣਾ ਸ਼ਾਮ ਤੱਕ ਲੱਗਿਆ ਰਹਿੰਦਾ ਸੀ। ਕਿਉਂਕਿ ਮੇਰੇ ਜੇਠ ਜੀ ਜ਼ਿਆਦਾਤਰ ਘਰ ਹੀ ਰਹਿੰਦੇ ਸੀ, ਇਹ ਕੰਮ ਉਹ ਕਾਫੀ ਸਮੇਂ ਤੋਂ ਕਰ ਰਹੇ ਸੀ। ਮੈਨੂੰ ਇਸ ਬਾਰੇ ਪਤਾ ਸੀ ਕਿ ਉਸ ਨੂੰ ਇਸ ਕੰਮ ਦਾ ਚੰਗਾ ਪੈਸਾ ਮਿਲਣ ਲੱਗਿਆ ਸੀ। ਮੇਰੀ ਜਠਾਣੀ ਨੂੰ ਵੀ ਔਰਤਾਂ ਦੇ ਘਰ ਆਉਣ ਤੇ ਕੋਈ ਇਤਰਾਜ਼ ਨਹੀਂ ਸੀ। ਉਹ ਹਰ ਤਰ੍ਹਾਂ ਦਾ ਕੰਮ ਕਰਦੇ ਸੀ। ਅਸੀਂ ਜਿਸ ਗੁਆਂਢ ਵਿੱਚ ਰਹਿੰਦੇ ਸੀ ਉੱਥੋਂ ਦੀਆਂ ਸਾਰੀਆਂ ਔਰਤਾਂ ਮਾਡਰਨ ਸਨ ਜਿਨ੍ਹਾਂ ਨੂੰ ਪਾਰਲਰ ਜਾਣ ਦਾ ਬਹੁਤ ਸ਼ੌਂਕ ਸੀ। ਉਹ ਸਾਡੇ ਘਰ ਆ ਕੇ ਬਾਡੀ ਮਸਾਜ ਕਰਵਾਉਂਦੀਆਂ ਸਨ। ਘਰ ਦੇ ਕੰਮ ਕਰਦਿਆਂ ਮੈਂ ਥੱਕ ਜਾਂਦੀ ਸੀ। ਮੇਰਾ ਵੀ ਥਕਾਵਟ ਕਾਰਨ ਬੁਰਾ ਹਾਲ ਹੋ ਜਾਂਦਾ ਸੀ। ਕਦੇ-ਕਦੇ ਮੇਰਾ ਵੀ ਮਨ ਕਰਦਾ ਸੀ ਕਿ ਮੈਂ ਵੀ ਆਪਣੇ ਜੇਠ ਜੀ ਤੋਂ ਮਾਲਿਸ਼ ਕਰਵਾ ਲਵਾਂ, ਪਰ ਮੈਂ ਹਮੇਸ਼ਾ ਸ਼ਰਮ ਦੇ ਮਾਰੇ ਚੁੱਪ ਹੋ ਜਾਂਦੀ ਸੀ ਕਿਉਂਕਿ ਮੇਰੀ ਜਠਾਣੀ ਨੂੰ ਔਰਤਾਂ ਦੇ ਘਰ ਆਉਣ ਤੇ ਕੋਈ ਇਤਰਾਜ਼ ਨਹੀਂ ਸੀ। ਉਹ ਬਹੁਤ ਹੀ ਆਜ਼ਾਦ ਦਿਮਾਗ ਵਾਲੀ ਔਰਤ ਸੀ ਅਤੇ ਲੋਕਾਂ ਉੱਤੇ ਪਾਬੰਦੀਆਂ ਨਹੀਂ ਲਾਉਂਦੀ ਸੀ। ਮੇਰੇ ਜੇਠ ਜੀ ਬਹੁਤ ਚੰਗੀਆਂ ਆਦਤਾਂ ਵਾਲਾ ਬੰਦਾ ਸੀ। ਉਹ ਕਿਸੇ ਨਾਲ ਬਹੁਤੀ ਗੱਲ ਨਹੀਂ ਕਰਦੇ ਸੀ ਅਤੇ ਮੇਰੀ ਜਠਾਣੀ ਵੀ ਅਜਿਹੀ ਹੀ ਸੀ। ਪਰ ਮੈਂ ਆਪਣੇ ਜੇਠ ਜੀ ਨਾਲ ਜ਼ਿਆਦਾ ਗੱਲ ਨਹੀਂ ਕਰਦੀ ਸੀ ਕਿਉਂਕਿ ਮੇਰੇ ਪਤੀ ਨੇ ਮੈਨੂੰ ਇੰਨੀ ਇਜਾਜ਼ਤ ਨਹੀਂ ਦਿੱਤੀ ਸੀ। ਮੇਰੇ ਪਤੀ ਨੇ ਮੈਨੂੰ ਪਹਿਲੇ ਦਿਨ ਹੀ ਕਿਹਾ ਸੀ ਕਿ ਸਾਡੇ ਘਰ ਔਰਤਾਂ ਨੂੰ ਮਰਦਾਂ ਨਾਲ ਜ਼ਿਆਦਾ ਗੱਲ ਕਰਨ ਦੀ ਇਜਾਜ਼ਤ ਨਹੀਂ ਹੈ। ਵੈਸੇ ਵੀ ਮੈਂ ਬਹੁਤ ਘੱਟ ਬੋਲਦੀ ਸੀ ਅਤੇ ਲੋੜ ਪੈਣ ਤੇ ਹੀ ਗੱਲ ਕਰਦੀ ਸੀ ਅਤੇ ਮੈਂ ਚੁੱਪਚਾਪ ਆਪਣੇ ਜੇਠ ਜੀ ਦੇ ਕਮਰੇ ਵਿੱਚ ਖਾਣਾ ਰੱਖ ਕੇ ਆ ਜਾਂਦੀ ਸੀ ਕਿਉਂਕਿ ਉਹ ਕਮਰੇ ਤੋਂ ਬਾਹਰ ਆ ਕੇ ਖਾਣਾ ਨਹੀਂ ਖਾਂਦੀ ਸੀ ਅਤੇ ਮੇਰੀ ਜਠਾਣੀ ਆਪਣੀ ਹੀ ਦੁਨੀਆ ਵਿੱਚ ਮਸਤ ਰਹਿੰਦੀ ਸੀ। ਉਹ ਹਮੇਸ਼ਾ ਟੀਵੀ ਦੇ ਸਾਹਮਣੇ ਬੈਠ ਕੇ ਸੀਰੀਅਲ ਦੇਖਦੀ ਰਹਿੰਦੀ ਸੀ। ਇਸੇ ਲਈ ਉਹ ਆਪਣੇ ਪਤੀ ਦੀ ਜ਼ਿਆਦਾ ਚਿੰਤਾ ਨਹੀਂ ਕਰਦੀ ਸੀ। ਅਜਿਹਾ ਨਹੀਂ ਸੀ ਕਿ ਮੇਰੇ ਵਿਆਹ ਤੋਂ ਪਹਿਲਾਂ ਉਸਨੇ ਆਪਣੇ ਪਤੀ ਦੀ ਪਰਵਾਹ ਨਹੀਂ ਕੀਤੀ ਸੀ। ਮੇਰੇ ਵਿਆਹ ਤੋਂ ਪਹਿਲਾਂ ਉਹ ਆਪਣੇ ਪਤੀ ਅਤੇ ਦੇਵਰ ਦਾ ਬਹੁਤ ਖਿਆਲ ਰੱਖਦੀ ਸੀ। ਪਰ ਜਿਸ ਦਿਨ ਤੋਂ ਮੇਰਾ ਵਿਆਹ ਹੋਇਆ ਸੀ ਉਸਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲ ਲਿਆ ਸੀ। ਸ਼ਾਇਦ ਉਹ ਵੀ ਮੇਰੇ ਵਾਂਗ ਘਰ ਦੇ ਕੰਮਾਂ ਤੋਂ ਤੰਗ ਆ ਗਈ ਸੀ। ਇਸ ਲਈ ਮੇਰੇ ਆਉਣ ਤੋਂ ਬਾਅਦ ਉਹ ਜ਼ਰੂਰ ਸੋਚ ਰਹੀ ਹੋਵੇਗੀ ਕਿ ਹੁਣ ਮੇਰੀ ਜ਼ਿੰਦਗੀ ਦੇ ਆਨੰਦ ਲੈਣ ਦੇ ਦਿਨ ਸਨ। ਮੈਨੂੰ ਮੇਰੀ ਜਠਾਣੀ ਤੇ ਬਹੁਤ ਗੁੱਸਾ ਆਉਂਦਾ ਸੀ ਕਿਉਂਕਿ ਉਸ ਦੇ ਅੱਗੇ ਮੈਂ ਸੀ ਜੋ ਇਸ ਘਰ ਦੀ ਦੇਖਭਾਲ ਕਰ ਰਹੀ ਸੀ, ਪਰ ਮੇਰੇ ਅੱਗੇ ਕੋਈ ਨਹੀਂ ਜੋ ਮੈਨੂੰ ਆਰਾਮ ਦੇ ਸਕੇ।
ਕਈ ਵਾਰ ਜਦੋਂ ਜੇਠ ਜੀ ਦਾ ਮੂਡ ਹੁੰਦਾ ਤਾਂ ਸਾਡੇ ਸਾਰਿਆਂ ਨਾਲ ਡਾਈਨਿੰਗ ਟੇਬਲ ਤੇ ਬੈਠ ਕੇ ਖਾਣਾ ਖਾ ਲੈਂਦੇ ਸੀ, ਨਹੀਂ ਤਾਂ ਉਹ ਜ਼ਿਆਦਾਤਰ ਸਮਾਂ ਆਪਣੇ ਕਮਰੇ ਵਿੱਚ ਹੀ ਬਿਤਾਉਂਦੇ ਸੀ। ਉਹਨਾਂ ਦੇ ਕਮਰੇ ਦੇ ਨਾਲ ਹੀ ਇੱਕ ਹੋਰ ਕਮਰਾ ਸੀ ਜਿੱਥੇ ਉਹ ਆਪਣਾ ਕੰਮ ਕਰਦੇ ਸੀ, ਬਾਡੀ ਮਸਾਜ ਵਾਲਾ। ਮੈਨੂੰ ਮੇਰੇ ਜੇਠ ਜੀ ਦੀ ਸਮਝ ਨਹੀਂ ਆਉਂਦੀ ਸੀ ਕਿ ਉਹ ਬਹੁਤ ਹੀ ਚੁੱਪ ਚਪੀਤੇ ਅਤੇ ਸ਼ਰਮੀਲੇ ਵਿਅਕਤੀ ਸਨ, ਪਰ ਮੈਂ ਅਕਸਰ ਉਸ ਬਾਰੇ ਸੋਚਦੀ ਰਹਿੰਦੀ ਸੀ, ਫਿਰ ਉਹ ਅਜੇ ਕੰਮ ਕਿਵੇਂ ਕਰਦੇ ਹਨ? ਉਹਨਾਂ ਨੂੰ ਔਰਤਾਂ ਦੀ ਮਾਲਿਸ਼ ਕਰਦਿਆਂ ਸ਼ਰਮ ਨਹੀਂ ਆਉਂਦੀ? ਮੈਨੂੰ ਇਸ ਬਾਰੇ ਸੋਚਦਿਆਂ ਹੀ ਸ਼ਰਮ ਮਹਿਸੂਸ ਹੁੰਦੀ ਸੀ। ਜਦੋਂ ਮੈਂ ਇਹ ਗੱਲ ਆਪਣੇ ਪਤੀ ਨੂੰ ਦੱਸੀ ਤਾਂ ਉਹ ਹੱਸਣ ਲੱਗ ਪਈ ਅਤੇ ਕਹਿਣ ਲੱਗੇ ਕਿ ਇਹ ਉਸ ਦਾ ਰੋਜ਼ਾਨਾ ਦਾ ਕੰਮ ਹੈ ਅਤੇ ਉਹ ਇਸ ਪੈਸੇ ਨਾਲ ਹੀ ਆਪਣਾ ਰੋਜ਼ਾਨਾ ਦਾ ਖਰਚਾ ਕਰਦੇ ਹੈ। ਜੇ ਉਹ ਆਪਣੇ ਕੰਮ ਤੋਂ ਸ਼ਰਮ ਮਹਿਸੂਸ ਕਰਨਗੇ ਤਾਂ ਕੀ ਖਾਣਗੇ? ਪਤੀ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਈ। ਕਈ ਵਾਰ ਜਦੋਂ ਮੈਂ ਕੰਮ ਤੋਂ ਬਹੁਤ ਥੱਕ ਜਾਂਦੀ ਸੀ ਤਾਂ ਮੈਨੂੰ ਲੱਗਦਾ ਸੀ ਕਿ ਮੇਰੀ ਵੀ ਕੋਈ ਮਾਲਿਸ਼ ਕਰ ਦੇ ਤਾਂ ਜੋ ਮੇਰੀ ਦਿਨ ਭਰ ਦੀ ਥਕਾਵਟ ਵੀ ਦੂਰ ਹੋ ਜਾਵੇ, ਪਰ ਮੈਂ ਕਿਸੇ ਅੱਗੇ ਆਪਣੀ ਇੱਛਾ ਪ੍ਰਗਟ ਨਹੀਂ ਕਰ ਸਕਦੀ ਸੀ। ਉਸ ਸਮੇਂ ਮੇਰੇ ਵਿਆਹ ਨੂੰ ਸਿਰਫ 3 ਸਾਲ ਹੀ ਹੋਏ ਸਨ। ਇੱਕ ਦਿਨ ਅਚਾਨਕ ਮੇਰੀ ਜਠਾਣੀ ਦੀ ਤਬੀਅਤ ਬਹੁਤ ਖਰਾਬ ਹੋ ਗਈ ਅਤੇ ਉਹਨਾਂ ਨੂੰ ਹਸਪਤਾਲ ਲਿਜਾਣਾ ਪਿਆ। ਮੇਰੀ ਜਠਾਣੀ ਦੀ ਸ਼ੂਗਰ ਹਾਈ ਹੋ ਗਈ ਸੀ। ਉਹਨਾਂ ਨੂੰ 2-3 ਦਿਨ ਹਸਪਤਾਲ ਵਿੱਚ ਰਹਿਣਾ ਪਿਆ, ਫਿਰ ਉਹ ਘਰ ਆ ਗਈ, ਪਰ ਉਸ ਤੋਂ ਬਾਅਦ ਮੇਰੀ ਜਠਾਣੀ ਬਿਮਾਰ ਰਹਿਣ ਲੱਗੀ। ਕਈ ਹਕੀਮਾਂ ਅਤੇ ਕਈ ਡਾਕਟਰਾਂ ਤੋਂ ਉਸ ਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਬਿਮਾਰੀ ਦਾ ਇਲਾਜ ਨਾ ਹੋ ਸਕਿਆ। ਮੇਰਾ ਪਤੀ ਅਤੇ ਉਸ ਦਾ ਪਤੀ ਦੋਵੇਂ ਉਸ ਨੂੰ ਬਹੁਤ ਪਿਆਰ ਕਰਦੇ ਸਨ। ਮੇਰੇ ਵਿਆਹ ਤੋਂ ਪਹਿਲਾਂ ਮੇਰੀ ਜਠਾਣੀ ਮੇਰੇ ਪਤੀ ਦੇ ਸਾਰੇ ਕੰਮ ਕਰਦੀ ਸੀ। ਇੱਕ ਦਿਨ ਮੇਰੀ ਜਠਾਣੀ ਬਹੁਤ ਬਿਮਾਰ ਹੋ ਗਈ, ਫਿਰ ਉਸ ਦੀ ਮੌਤ ਹੋ ਗਈ ਅਤੇ ਉਹ ਉਸ ਤੇ ਬਹੁਤ ਸਾਰਾ ਪੈਸਾ ਖਰਚ ਕਰਨ ਦੇ ਬਾਵਜੂਦ ਵੀ ਉਸ ਨੂੰ ਬਚਾ ਨਹੀਂ ਸਕੇ। ਮੇਰਾ ਪਤੀ ਆਪਣੀ ਭਰਜਾਈ ਨੂੰ ਮਾਂ ਵਾਂਗ ਸਮਝਦਾ ਸੀ। ਉਸ ਨੇ ਆਪਣੀ ਭਰਜਾਈ ਦੇ ਇਲਾਜ ਤੇ ਕਾਫੀ ਪੈਸਾ ਖਰਚ ਕੀਤਾ ਤਾਂ ਜੋ ਉਸ ਦੀ ਜਾਨ ਬਚਾਈ ਜਾ ਸਕੇ, ਪਰ ਮੇਰੀ ਜਠਾਣੀ ਦੀ ਬਿਮਾਰੀ ਇੰਨੀ ਵੱਧ ਗਈ ਕਿ ਉਹ ਬਚ ਨਾ ਸਕੀ। ਸ਼ਾਇਦ ਇਸ ਸਭ ਦਾ ਕਾਰਨ ਇਹ ਸੀ ਕਿ ਉਸਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਸੀ। ਜਿਸ ਦਿਨ ਤੋਂ ਮੇਰਾ ਵਿਆਹ ਹੋਇਆ ਸੀ ਉਹ ਖੁਦ ਟੀਵੀ ਦੇ ਸਾਹਮਣੇ ਬੈਠੀ ਰਹਿੰਦੀ ਸੀ ਅਤੇ ਘਰ ਦੇ ਸਾਰੇ ਕੰਮ ਦੀ ਜ਼ਿੰਮੇਵਾਰੀ ਉਸਨੇ ਮੈਨੂੰ ਦੇ ਦਿੱਤੀ ਸੀ। ਮੇਰੀ ਜਠਾਣੀ ਬਹੁਤ ਗੁੱਸੇ ਵਾਲੀ ਔਰਤ ਸੀ, ਪਰ ਉਸਨੇ ਪਰਿਵਾਰ ਦੇ ਮੈਂਬਰਾਂ ਦੇ ਸਾਹਮਣੇ ਇਹ ਗੁੱਸਾ ਜ਼ਾਹਰ ਨਹੀਂ ਕੀਤਾ ਸੀ। ਉਹ ਮੇਰੇ ਤੇ ਹੀ ਗੁੱਸਾ ਕਰਦੀ ਸੀ। ਉਹ ਮੇਰੇ ਨਾਲ ਬਿਲਕੁਲ ਨੌਕਰਾਨੀ ਵਾਂਗ ਵਰਤਾਓ ਕਰਦੀ ਸੀ। ਘਰ ਦਾ ਸਾਰਾ ਕੰਮ ਮੇਰੇ ਉੱਤੇ ਆ ਪਿਆ ਅਤੇ ਉਹ ਆਪ ਸਾਰਾ ਦਿਨ ਘਰ ਵਿੱਚ ਬੈਠ ਕੇ ਟੀਵੀ ਵੇਖਦੀ ਰਹਿੰਦੀ ਸੀ ਅਤੇ ਨਾ ਹੀ ਆਪਣੇ ਪਤੀ ਵੱਲ ਧਿਆਨ ਦਿੰਦੀ ਸੀ ਅਤੇ ਨਾ ਹੀ ਘਰ ਦਾ ਕੋਈ ਕੰਮ ਸੰਭਾਲਦੀ ਸੀ। ਮੇਰੀ ਜਠਾਣੀ ਦੇ ਮਾਪੇ ਇਸ ਦੁਨੀਆ ਵਿੱਚ ਨਹੀਂ ਰਹੇ, ਇਸੇ ਕਰਕੇ ਉਹ ਕਿਤੇ ਜਾਂਦੀ ਵੀ ਨਹੀਂ ਸੀ। ਜਠਾਣੀ ਦੀ ਮੌਤ ਤੋਂ ਬਾਅਦ ਮੈਂ ਸੁੱਖ ਦਾ ਸਾਹ ਲਿਆ, ਪਰ ਘਰ ਦੀਆਂ ਜ਼ਿੰਮੇਵਾਰੀਆਂ ਮੇਰੇ ਤੇ ਦੁੱਗਣੀਆਂ ਹੋ ਗਈਆਂ। ਘਰ ਦੇ ਕੰਮ ਦੇ ਨਾਲ-ਨਾਲ ਹੁਣ ਮੈਨੂੰ ਬੱਚਿਆਂ ਨੂੰ ਟਿਊਸ਼ਨ ਵੀ ਦੇਣੀ ਪਈ, ਕਿਉਂਕਿ ਮੇਰੀ ਜਠਾਣੀ ਦੀ ਬਿਮਾਰੀ ਦੌਰਾਨ ਮੇਰੇ ਪਤੀ ਅਤੇ ਮੇਰੇ ਜੇਠ ਜੀ ਤੇ ਬਹੁਤ ਸਾਰਾ ਕਰਜ਼ਾ ਚੜ ਗਿਆ ਸੀ, ਜਿਸ ਕਾਰਨ ਸਾਡੇ ਘਰ ਦੀ ਹਾਲਤ ਬਹੁਤ ਮਾੜੀ ਹੋ ਗਈ ਸੀ ਅਤੇ ਅਸੀਂ ਤਿੰਨੋਂ ਜਣੇ ਕਰਜ਼ਾ ਉਤਾਰਨ ਲਈ ਬਹੁਤ ਮਿਹਨਤ ਕਰ ਰਹੇ ਸੀ ਤਾਂ ਜੋ ਅਸੀਂ ਜਲਦੀ ਤੋਂ ਜਲਦੀ ਇਸ ਕਰਜ਼ੇ ਤੋਂ ਮੁਕਤ ਹੋ ਸਕੀਏ। ਹੁਣ ਪਹਿਲਾਂ ਮੈਂ ਘਰ ਦੇ ਕੰਮ ਕਰਦੀ ਸੀ ਅਤੇ ਉਸ ਤੋਂ ਬਾਅਦ ਮੈਂ ਬਹੁਤ ਸਾਰੇ ਬੱਚਿਆਂ ਨੂੰ ਟਿਊਸ਼ਨ ਲਈ ਲਗਾਇਆ ਹੋਇਆ ਸੀ। ਮੇਰੇ ਕੋਲ ਕਈ ਬੱਚੇ ਟਿਊਸ਼ਨ ਲਈ ਆਉਂਦੇ ਸਨ, ਜਿਨ੍ਹਾਂ ਦੀ ਫੀਸ ਤੋਂ ਮੈਂ ਘਰ ਦਾ ਖਰਚਾ ਪੂਰਾ ਕਰਦੀ ਸੀ ਅਤੇ ਮੇਰੇ ਪਤੀ ਮੈਨੂੰ ਘਰ ਦੇ ਖਰਚੇ ਲਈ ਕੁਝ ਪੈਸੇ ਦਿੰਦੇ ਸਨ ਅਤੇ ਮੇਰੇ ਜੇਠ ਜੀ ਆਪਣੀ ਪਤਨੀ ਦੇ ਇਲਾਜ ਲਈ ਲਏ ਪੈਸੇ ਤੇ ਕਰਜ਼ੇ ਨੂੰ ਉਤਾਰ ਰਹੇ ਸਨ। ਪਹਿਲਾਂ ਮਾਲਿਸ਼ ਕਰਨ ਵਾਲੀ ਔਰਤਾਂ ਮਹੀਨੇ 2 ਮਹੀਨਿਆਂ ਵਿੱਚ ਇੱਕ ਵਾਰ ਮੇਰੇ ਜੇਠ ਜੀ ਕੋਲ ਆਉਂਦੀਆਂ ਸਨ, ਪਰ ਹੁਣ ਇਹ ਕੰਮ ਬਹੁਤ ਆਮ ਹੋ ਗਿਆ ਸੀ। ਹੁਣ ਹਰ ਰੋਜ਼ ਹਰ ਉਮਰ ਦੀਆਂ ਔਰਤਾਂ ਅਤੇ ਕੁੜੀਆਂ ਮੇਰੇ ਜੇਠ ਜੀ ਕੋਲ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਨ। ਅੱਜ ਤੱਕ ਮੈਂ ਕਦੇ ਕਿਸੇ ਕੋਲੋਂ ਆਪਣੇ ਜੇਠ ਜੀ ਬਾਰੇ ਕੋਈ ਮਾੜੀ ਗੱਲ ਨਹੀਂ ਸੁਣੀ ਸੀ। ਹਰ ਕੋਈ ਉਸ ਦੀ ਨਿਮਰਤਾ ਦੀ ਗਵਾਹੀ ਦਿੰਦਾ ਹੈ, ਪਰ ਇੱਕ ਦਿਨ ਬਹੁਤ ਅਜੀਬ ਗੱਲ ਹੋਈ। ਉਸ ਦਿਨ ਦੁਪਹਿਰ ਦੇ ਸਮੇਂ ਆਪਣੇ ਕਮਰੇ ਵਿੱਚੋਂ ਕੁਝ ਦੇਰ ਆਰਾਮ ਕਰਨ ਤੋਂ ਬਾਅਦ ਮੈਂ ਦੁਪਹਿਰ ਦਾ ਖਾਣਾ ਬਣਾਉਣ ਲਈ ਰਸੋਈ ਵੱਲ ਜਾ ਰਹੀ ਸੀ ਤਾਂ ਉਦੋਂ ਮੈਂ ਇੱਕ ਇਲਾਕੇ ਦੀ ਇੱਕ ਕੁੜੀ ਨੂੰ ਆਪਣੇ ਘਰ ਆਉਂਦੇ ਦੇਖਿਆ, ਜਿਸ ਦਾ ਨਾਮ ਸੁਨੀਤਾ ਸੀ। ਉਹ ਬਹੁਤ ਖੁਸ਼ੀ ਨਾਲ ਮਾਲਿਸ਼ ਕਰਵਾਉਣ ਲਈ ਮੇਰੇ ਜੇਠ ਜੀ ਦੇ ਕਮਰੇ ਵਿੱਚ ਗਈ ਸੀ, ਪਰ ਕੁਝ ਸਮੇਂ ਬਾਅਦ ਇੱਕ ਬਹੁਤ ਹੀ ਅਜੀਬ ਗੱਲ ਹੋਈ। ਸੁਨੀਤਾ ਰੋਂਦੀ ਹੋਈ ਮੇਰੇ ਜੇਠ ਜੀ ਦੇ ਕਮਰੇ ਤੋਂ ਬਾਹਰ ਆਈ। ਇਹ ਦੇਖ ਕੇ ਮੈਂ ਹੈਰਾਨ ਰਹਿ ਗਈ। ਵਿਆਹ ਦੇ ਇਹਨਾਂ 3 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਸੀ।
ਸਾਰੀ ਦੁਨੀਆ ਨੇ ਮੇਰੇ ਜੇਠ ਜੀ ਦੀ ਨਿਮਰਤਾ ਦੀ ਗਵਾਹੀ ਦਿੱਤੀ ਸੀ ਅਤੇ ਉਹ ਇੱਕ ਚੰਗਾ ਇਨਸਾਨ ਸੀ, ਜਿਸ ਕਾਰਨ ਅੱਜ ਤੱਕ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਈ। ਫਿਰ ਉਹ ਕੁੜੀ ਸਾਡੇ ਘਰੋਂ ਰੋਂਦੀ ਕਿਉਂ ਚਲੀ ਗਈ? ਇਹ ਦੇਖ ਕੇ ਮੈਂ ਪਰੇਸ਼ਾਨ ਹੋ ਗਈ ਅਤੇ ਸੋਚਣ ਲਈ ਮਜਬੂਰ ਹੋ ਗਈ। ਉਸ ਤੋਂ ਬਾਅਦ ਜਦੋਂ ਮੈਂ ਘਰੇਲੂ ਕੰਮ ਕਰਨ ਲੱਗੀ ਤਾਂ ਮੈਂ ਇਹ ਗੱਲ ਭੁੱਲ ਗਈ। ਕੁਝ ਦਿਨਾਂ ਬਾਅਦ ਜਦੋਂ ਮੈਂ ਕਿਸੇ ਕੰਮ ਲਈ ਘਰੋਂ ਬਾਹਰ ਜਾ ਰਹੀ ਸੀ ਤਾਂ ਉਹੀ ਸੁਨੀਤਾ ਆਪਣੇ ਦਰਵਾਜ਼ੇ ਤੇ ਖੜੀ ਸੀ। ਮੈਨੂੰ ਦੇਖ ਕੇ ਉਹ ਮੇਰੇ ਨਾਲ ਇਸ ਬਾਰੇ ਗੱਲਾਂ ਕਰਨ ਲੱਗੀ। ਮੈਂ ਉਸ ਨਾਲ ਜਲਦੀ ਗੱਲ ਕਰਕੇ ਆਪਣੀ ਜਾਨ ਛੁਡਾ ਕੇ ਜਾਣਾ ਚਾਹੁੰਦੀ ਸੀ, ਕਿਉਂਕਿ ਮੈਨੂੰ ਬਾਜ਼ਾਰ ਵਿੱਚ ਕੰਮ ਸੀ ਅਤੇ ਉਸ ਤੋਂ ਬਾਅਦ ਮੈਂ ਘਰ ਆ ਕੇ ਰਾਤ ਦਾ ਖਾਣਾ ਤਿਆਰ ਕਰਨਾ ਸੀ ਅਤੇ ਫਿਰ ਮੇਰੇ ਪਤੀ ਵੀ ਸ਼ਾਮ ਨੂੰ ਦਫ਼ਤਰ ਤੋਂ ਜਲਦੀ ਘਰ ਆ ਰਹੇ ਸੀ। ਮੈਂ ਉਸ ਨਾਲ ਵੀ ਕੁਝ ਸਮਾਂ ਬਿਤਾਉਣਾ ਸੀ, ਪਰ ਉਹ ਤਾਂ ਇੰਨੀਆਂ ਗੱਲਾਂ ਕਰ ਰਹੀ ਸੀ ਕਿ ਉਸ ਤੋਂ ਜਾਨ ਛੁਡਾਉਣਾ ਮੁਸ਼ਕਲ ਸੀ। ਪਰ ਉਸ ਦੀਆਂ ਤਾਂ ਗੱਲਾਂ ਹੀ ਨਹੀਂ ਮੁੱਕ ਰਹੀਆਂ ਸਨ। ਜਦੋਂ ਅਚਾਨਕ ਉਸਨੇ ਮੈਨੂੰ ਮੇਰੇ ਜੇਠ ਜੀ ਬਾਰੇ ਕੁਝ ਕਿਹਾ ਤਾਂ ਮੈਂ ਇਹ ਸੁਣ ਕੇ ਹੈਰਾਨ ਰਹਿ ਗਈ। ਉਹ ਮੇਰੇ ਜੇਠ ਜੀ ਬਾਰੇ ਗੱਲ ਕਰਨ ਲੱਗੀ ਕਿ ਮੇਰੇ ਜੇਠ ਜੀ ਨੇ ਉਸ ਨਾਲ ਚੰਗਾ ਨਹੀਂ ਕੀਤਾ। ਮੈਂ ਇਹ ਸੁਣ ਕੇ ਹੈਰਾਨ ਰਹਿ ਗਈ ਕਿ ਉਸ ਦਾ ਇਹ ਕਹਿਣ ਦਾ ਕੀ ਮਤਲਬ ਹੈ। ਬਾਰ-ਬਾਰ ਪੁੱਛਣ ਦੇ ਬਾਵਜੂਦ ਉਸਨੇ ਇਸ ਬਾਰੇ ਕੁਝ ਨਹੀਂ ਦੱਸਿਆ। ਆਖਰ ਉਹ ਕੀ ਕਹਿਣਾ ਚਾਹੁੰਦੀ ਸੀ ਕਿ ਮੇਰੇ ਜੇਠ ਜੀ ਨੇ ਉਸ ਨਾਲ ਕੀ ਕੀਤਾ ਸੀ। ਉਸਨੇ ਪਹਿਲਾਂ ਇਹ ਗੱਲ ਸ਼ੁਰੂ ਕਰ ਦਿੱਤੀ ਸੀ, ਪਰ ਬਾਅਦ ਵਿੱਚ ਉਹ ਕੁਝ ਨਹੀਂ ਦੱਸ ਰਹੀ ਸੀ। ਮੈਂ ਉਸ ਦੀ ਇਸ ਹਰਕਤ ਤੋਂ ਬਹੁਤ ਪਰੇਸ਼ਾਨ ਹੋ ਗਈ ਸੀ। ਉਹ ਮੈਨੂੰ ਸਾਰੀ ਗੱਲ ਦੱਸੇ ਬਿਨਾਂ ਆਪਣੇ ਘਰ ਅੰਦਰ ਚਲੀ ਗਈ। ਮੈਂ ਉੱਥੇ ਖੜੀ ਸੋਚ ਰਹੀ ਸੀ ਕਿ ਮੇਰੇ ਜੇਠ ਜੀ ਨੇ ਉਸ ਨਾਲ ਕੀ ਕੀਤਾ ਹੈ। ਇਹ ਸਭ ਸੋਚ ਕੇ ਮੈਂ ਬਾਜ਼ਾਰ ਚਲੀ ਗਈ ਅਤੇ ਉਸ ਤੋਂ ਬਾਅਦ ਜਦੋਂ ਮੈਂ ਘਰ ਵਾਪਸ ਆਈ ਤਾਂ ਮੈਂ ਉਸ ਗੱਲ ਤੋਂ ਬਹੁਤ ਪਰੇਸ਼ਾਨ ਸੀ ਕਿ ਪਤਾ ਨਹੀਂ ਕੀ ਗੱਲ ਹੈ। ਮੈਂ ਸੋਚਣ ਲੱਗੀ ਕਿ ਉਹ ਸਾਡੇ ਘਰੋਂ ਰੋਂਦੀ ਹੋਈ ਕਿਉਂ ਵਾਪਸ ਚਲੀ ਗਈ ਸੀ। ਸੁਨੀਤਾ ਦਾ ਵਿਹਾਰ ਸਾਡੇ ਇਲਾਕੇ ਵਿੱਚ ਚੰਗਾ ਨਹੀਂ ਸੀ। ਮੇਰਾ ਪਤੀ ਅਕਸਰ ਮੈਨੂੰ ਉਸ ਬਾਰੇ ਅਜਿਹੀਆਂ ਗੱਲਾਂ ਸੁਣਾਉਂਦਾ ਰਹਿੰਦਾ ਸੀ ਕਿ ਉਸ ਕਾਰਨ ਇਲਾਕੇ ਦਾ ਮਾਹੌਲ ਖਰਾਬ ਹੋ ਜਾਂਦਾ ਸੀ, ਪਰ ਪਤਾ ਨਹੀਂ ਕੀ ਕਾਰਨ ਸੀ। ਉਹ ਸੁਨੀਤਾ ਬਾਰੇ ਅਜਿਹਾ ਕਿਉਂ ਕਹਿੰਦੇ ਸਨ। ਇਲਾਕੇ ਦੀ ਕਿਸੇ ਵੀ ਔਰਤ ਨਾਲ ਮੇਰਾ ਇੰਨਾ ਸੰਪਰਕ ਨਹੀਂ ਸੀ, ਨਾ ਹੀ ਮੈਂ ਆਂਢ ਗੁਆਂਢ ਦੇ ਘਰਾਂ ਵਿੱਚ ਜਾ ਕੇ ਬੈਠਦੀ ਸੀ ਤਾਂ ਜੋ ਮੈਨੂੰ ਅਜਿਹੀਆਂ ਮਸਾਲੇਦਾਰ ਗੱਲਾਂ ਸੁਣਨ ਨੂੰ ਮਿਲਦੀਆਂ। ਮੈਂ ਆਪਣੇ ਪਤੀ ਨਾਲ ਇਹ ਗੱਲਾਂ ਸਾਂਝੀਆਂ ਕਰਨ ਬਾਰੇ ਸੋਚਿਆ, ਪਰ ਮੈਂ ਬਹੁਤ ਭੁਲੱਕੜ ਸੀ। ਜਦੋਂ ਮੇਰੇ ਪਤੀ ਦੇ ਘਰ ਆਉਣ ਦਾ ਸਮਾਂ ਹੋਇਆ ਤਾਂ ਮੈਂ ਘਰ ਦੇ ਕੰਮਾਂ ਵਿੱਚ ਰੁੱਝ ਗਈ ਸੀ ਅਤੇ ਮੈਂ ਇਹਨਾਂ ਗੱਲਾਂ ਨੂੰ ਭੁੱਲ ਗਈ ਸੀ ਕਿ ਮੈਂ ਉਸ ਨਾਲ ਗੱਲ ਵੀ ਕਰਨੀ ਸੀ। ਦਿਨ ਇਸੇ ਤਰ੍ਹਾਂ ਲੰਘਣ ਲੱਗੇ ਅਤੇ ਅਸੀਂ ਪਤੀ ਪਤਨੀ ਉਸ ਰਾਤ ਰੈਸਟੋਰੈਂਟ ਵਿੱਚ ਡਿਨਰ ਕਰਨ ਜਾ ਰਹੇ ਸੀ। ਉਸ ਦਿਨ ਮੇਰਾ ਪਤੀ ਸ਼ਾਮ 6 ਵਜੇ ਦਫ਼ਤਰ ਤੋਂ ਘਰ ਵਾਪਸ ਆਇਆ ਸੀ ਅਤੇ ਮੈਂ ਆਪਣੇ ਪਤੀ ਦੇ ਆਉਣ ਦੀ ਉਡੀਕ ਕਰ ਰਹੀ ਸੀ। ਮੈਂ ਉਸ ਤੋਂ ਬਾਅਦ ਤਿਆਰ ਹੋ ਕੇ ਆਪਣੇ ਪਤੀ ਨਾਲ ਡਿਨਰ ਲਈ ਜਾਣਾ ਸੀ। ਜਦੋਂ ਮੇਰਾ ਪਤੀ ਘਰ ਆਇਆ ਤਾਂ ਅਸੀਂ ਦੋਵੇਂ ਇਕੱਠੇ ਰਾਤ ਦਾ ਖਾਣਾ ਖਾਣ ਲਈ ਘਰੋਂ ਚਲੇ ਗਏ। ਅਸੀਂ ਰੈਸਟੋਰੈਂਟ ਵਿੱਚ ਗਏ ਅਤੇ ਇੱਕ ਬਹੁਤ ਹੀ ਸਵਾਦੀ ਡਿਨਰ ਕੀਤਾ ਅਤੇ ਇਸ ਤੋਂ ਬਾਅਦ ਅਸੀਂ ਆਈਸਕ੍ਰੀਮ ਵੀ ਖਾਧੀ। ਘਰ ਆਉਣ ਦਾ ਸਮਾਂ ਹੋ ਗਿਆ ਸੀ। ਰਾਤ ਦੇ 11 ਵੱਜ ਚੁੱਕੇ ਸਨ ਜਦੋਂ ਅਸੀਂ ਘਰ ਵਾਪਸ ਆਏ। ਜਿਉਂ ਹੀ ਅਸੀਂ ਗਲੀ ਦੇ ਮੋੜ ਤੇ ਪਹੁੰਚੇ, ਫਿਰ ਇੱਕ ਆਦਮੀ ਭੱਜਦਾ ਹੋਇਆ ਉੱਥੋਂ ਆਇਆ ਅਤੇ ਸਾਨੂੰ ਜਲਦੀ ਘਰ ਵਾਪਸ ਜਾਣ ਲਈ ਕਹਿਣ ਲੱਗਾ। ਇਹ ਸੁਣ ਕੇ ਅਸੀਂ ਦੋਵੇਂ ਪਤੀ ਪਤਨੀ ਚਿੰਤਤ ਹੋ ਗਏ, ਸੋਚਣ ਲੱਗੇ ਕਿ ਇਹ ਕੀ ਹੋ ਗਿਆ ਹੈ। ਜਦੋਂ ਅਸੀਂ ਦੋਵੇਂ ਤੇਜ਼ ਕਦਮ ਚੁੱਕਦੇ ਹੋਏ ਘਰ ਵਾਪਸ ਆਏ ਤਾਂ ਉੱਥੇ ਬਹੁਤ ਸਾਰੀਆਂ ਔਰਤਾਂ ਅਤੇ ਮਰਦ ਇਕੱਠੇ ਹੋ ਗਏ ਸਨ ਅਤੇ ਉੱਚੀ ਗੱਲਾਂ ਕਰ ਰਹੇ ਸਨ। ਜਦੋਂ ਅਸੀਂ ਦੋਵੇਂ ਘਰ ਵਿੱਚ ਦਾਖਲ ਹੋਏ ਤਾਂ ਸਾਹਮਣੇ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਏ। ਮੇਰੇ ਜੇਠ ਜੀ ਸਾਹਮਣੇ ਸਿਰ ਝੁਕਾ ਕੇ ਖੜੇ ਸੀ ਅਤੇ ਉਸਦੇ ਚਿਹਰੇ ਅਤੇ ਸਥਿਤੀ ਤੋਂ ਲੱਗ ਰਿਹਾ ਸੀ ਜਿਵੇਂ ਉਸ ਦਾ ਕਿਸੇ ਨਾਲ ਝਗੜਾ ਹੋਇਆ ਹੋਵੇ। ਤਾਂ ਉੱਥੇ ਮੌਜੂਦ ਇਲਾਕੇ ਦੀਆਂ ਔਰਤਾਂ ਦੀ ਗਵਾਹੀ ਤੋਂ ਪਤਾ ਲੱਗਾ ਕਿ ਮੇਰੇ ਜੇਠ ਜੀ ਨੇ ਸੁਨੀਤਾ ਨੂੰ ਕੁਝ ਕਿਹਾ ਸੀ, ਜਿਸ ਕਾਰਨ ਸੁਨੀਤਾ ਸਿਰ ਝੁਕਾ ਕੇ ਖੜੀ ਸੀ। ਸਾਨੂੰ ਬਹੁਤ ਚਿੰਤਾ ਹੋ ਰਹੀ ਸੀ। ਉਸ ਦੀ ਹਾਲਤ ਦੇਖ ਕੇ ਮੈਂ ਆਪਣਾ ਦਿਲ ਫੜ ਲਿਆ। ਜਦੋਂ ਮੈਂ ਜੇਠ ਜੀ ਵੱਲ ਦੇਖਿਆ ਤਾਂ ਉਹ ਸ਼ਰਮ ਨਾਲ ਸਿਰ ਝੁਕਾ ਕੇ ਖੜਾ ਸੀ। ਉਸ ਦੀ ਸ਼ਕਲ ਤੋਂ ਹੀ ਲੱਗ ਰਿਹਾ ਸੀ ਕਿ ਕੁਝ ਗਲਤ ਹੈ। ਸੁਨੀਤਾ ਦੇ ਮਾਤਾ ਪਿਤਾ ਨੇ ਕਿਹਾ ਕਿ ਮੇਰੇ ਜੇਠ ਜੀ ਨੂੰ ਸੁਨੀਤਾ ਨਾਲ ਵਿਆਹ ਕਰਨਾ ਪਵੇਗਾ। ਅਸੀਂ ਇਹ ਸੁਣ ਕੇ ਬਹੁਤ ਹੈਰਾਨ ਹੋਏ, ਪਰ ਜਿਵੇਂ ਹੀ ਮੇਰੇ ਪਤੀ ਨੇ ਇਹ ਸੁਣਿਆ ਤਾਂ ਉਹ ਹੈਰਾਨ ਰਹਿ ਗਏ ਅਤੇ ਗੁੱਸੇ ਵਿੱਚ ਰੌਲਾ ਪਾਉਣ ਲੱਗੇ ਕਿ ਇਹ ਸਭ ਝੂਠ ਹੈ। ਮੇਰਾ ਭਰਾ ਅਜਿਹਾ ਕਦੇ ਨਹੀਂ ਕਰ ਸਕਦਾ। ਮੁਹੱਲੇ ਦੇ ਹੋਰ ਲੋਕ ਵੀ ਮੇਰੇ ਜੇਠ ਜੀ ਦੀ ਸ਼ਰੀਫਤਾ ਦੀ ਗਵਾਹੀ ਦੇਣ ਲੱਗੇ। ਸੁਨੀਤਾ ਦੀ ਅਸਲੀਅਤ ਕਿਸੇ ਤੋਂ ਲੁਕੀ ਨਹੀਂ ਸੀ, ਪਰ ਸਵਾਲ ਇਹ ਸੀ ਕਿ ਸੁਨੀਤਾ ਦੇ ਮਾਪੇ ਸੁਨੀਤਾ ਦਾ ਵਿਆਹ ਮੇਰੇ ਜੇਠ ਜੀ ਨਾਲ ਕਿਉਂ ਕਰਵਾਉਣਾ ਚਾਹੁੰਦੇ ਸਨ। ਇਲਾਕੇ ਦੇ ਵੱਡੇ ਲੋਕ ਮੀਟਿੰਗ 'ਚ ਬੈਠ ਕੇ ਇਸ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ। ਇਸ ਤੋਂ ਬਾਅਦ ਮੇਰੇ ਜੇਠ ਜੀ ਤੇ ਬਦਨਾਮੀ ਦਾ
ਨਿਸ਼ਾਨ ਲੱਗ ਗਿਆ ਸੀ ਅਤੇ ਸਾਰਿਆਂ ਨੇ ਉਸ ਕੋਲ ਆਉਣਾ ਬੰਦ ਕਰ ਦਿੱਤਾ ਸੀ। ਮੇਰੇ ਜੇਠ ਜੀ ਦਾ ਕੰਮ ਵੀ ਰੁਕ ਗਿਆ ਸੀ। ਮੇਰੇ ਜੇਠ ਜੀ ਸਾਰਾ ਦਿਨ ਆਪਣੇ ਕਮਰੇ ਵਿੱਚ ਬੰਦ ਰਹਿੰਦੇ ਸੀ। ਭਾਵੇਂ ਉਹ ਪਹਿਲਾਂ ਵੀ ਘੱਟ ਬੋਲਦੇ ਸੀ, ਪਰ ਹੁਣ ਉਹ ਉਸ ਤੋਂ ਵੀ ਘੱਟ ਬੋਲਣ ਲੱਗ ਪਏ ਸੀ। ਇੰਜ ਲੱਗਦਾ ਸੀ ਜਿਵੇਂ ਉਹ ਗੱਲ ਕਰਨਾ ਹੀ ਭੁੱਲ ਗਏ ਹੋਣ। ਉਹਨਾਂ ਦੀ ਹਾਲਤ ਦੇਖ ਕੇ ਮੈਨੂੰ ਉਹਨਾਂ ਤੇ ਬਹੁਤ ਤਰਸ ਆਉਂਦਾ ਸੀ। ਮੇਰਾ ਦਿਲ ਵੀ ਇਹ ਮੰਨਣ ਤੋਂ ਇਨਕਾਰ ਕਰ ਰਿਹਾ ਸੀ ਕਿ ਮੇਰੇ ਜੇਠ ਜੀ ਕਿਸੇ ਨੂੰ ਕੁਝ ਵੀ ਕਿਵੇਂ ਕਹਿ ਸਕਦੇ ਹਨ। ਮੇਰੇ ਪਤੀ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਉਸ ਦੇ ਨਾਲ ਆਪਣੇ ਦਫ਼ਤਰ ਵਿੱਚ ਜਾ ਕੇ ਕੰਮ ਕਰੇ। ਉਹ ਉੱਥੇ ਆਪਣੇ ਭਰਾ ਦੀ ਨੌਕਰੀ ਬਾਰੇ ਵੀ ਗੱਲ ਕਰੇਗਾ, ਪਰ ਮੇਰੇ ਜੇਠ ਜੀ ਇਹ ਸੁਣਦੇ ਹੀ ਸਾਫ਼ ਇਨਕਾਰ ਕਰ ਦਿੰਦੇ ਸੀ ਅਤੇ ਫਿਰ ਮੇਰੇ ਪਤੀ ਦੇ ਦੋਸਤ ਦੇ ਕਰਕੇ ਉਸ ਲਈ ਕਿਸੇ ਹੋਰ ਸ਼ਹਿਰ ਵਿੱਚ ਨੌਕਰੀ ਦਾ ਪ੍ਰਬੰਧ ਹੋ ਗਿਆ ਸੀ ਅਤੇ ਉਹ ਇੱਥੋਂ ਆਪਣਾ ਸਾਰਾ ਸਮਾਨ ਪੈਕ ਕਰਕੇ ਦੂਜੇ ਸ਼ਹਿਰ ਵਿੱਚ ਸ਼ਿਫਟ ਹੋ ਗਏ। ਉਹਨਾਂ ਨੇ ਉੱਥੇ ਕਿਰਾਏ ਤੇ ਕਮਰਾ ਲੈ ਲਿਆ ਸੀ। ਹੁਣ ਅਸੀਂ ਦੋਵੇਂ ਪਤੀ ਪਤਨੀ ਇਸ ਘਰ ਵਿੱਚ ਇਕੱਲੇ ਰਹਿ ਗਏ ਸੀ। ਮੈਨੂੰ ਅਕਸਰ ਆਪਣੇ ਜੇਠ ਜੀ ਦੀ ਕਮੀ ਮਹਿਸੂਸ ਹੁੰਦੀ ਸੀ। ਮੇਰੇ ਪਤੀ ਵੀ ਉਹਨਾਂ ਬਾਰੇ ਸੋਚ ਕੇ ਉਦਾਸ ਰਹਿਣ ਲੱਗੇ। ਮੇਰੇ ਜੇਠ ਜੀ ਬਗੈਰ ਘਰ ਦੀ ਰੌਣਕ ਵੀ ਖਤਮ ਹੋ ਗਈ ਸੀ। ਪਹਿਲਾਂ ਮੇਰੀ ਜਠਾਣੀ ਇਸ ਦੁਨੀਆ ਤੋਂ ਚਲੀ ਗਈ ਸੀ ਤੇ ਹੁਣ ਮੇਰੇ ਜੇਠ ਜੀ ਨੂੰ ਵੀ ਇਹ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਮੈਂ ਅਕਸਰ ਸੋਚਦੀ ਸੀ ਕਿ ਕੁੜੀ ਭਾਵੇਂ ਕਿੰਨੀ ਵੀ ਘਟੀਆ ਕਿਉਂ ਨਾ ਹੋਵੇ, ਉਹ ਆਪਣਾ ਅਜਿਹਾ ਸ਼ਰੇਆਮ ਤਮਾਸ਼ਾ ਨਹੀਂ ਬਣਾ ਸਕਦੀ। ਅਤੇ ਦੂਜੇ ਪਾਸੇ ਮੈਨੂੰ ਆਪਣੇ ਜੇਠ ਜੀ ਤੇ ਪੂਰਾ ਭਰੋਸਾ ਸੀ। ਉਹ ਆਪਣੀ ਪਤਨੀ ਨਾਲ ਹਮੇਸ਼ਾ ਖੁਸ਼ ਰਹਿੰਦੇ ਸੀ ਅਤੇ ਆਪਣੀ ਪਤਨੀ ਦਾ ਖਿਆਲ ਰੱਖਦੇ ਸੀ। ਮੈਂ ਇਹ ਸਮਝਣ ਤੋਂ ਵੀ ਅਣਜਾਣ ਸੀ ਕਿ ਇਹ ਸਭ ਕੀ ਹੈ। ਦਿਨ ਇਸੇ ਸੋਚ ਵਿੱਚ ਬੀਤ ਰਹੇ ਸਨ। ਫਿਰ ਇੱਕ ਦਿਨ ਮੇਰੀ ਤਬੀਅਤ ਠੀਕ ਨਹੀਂ ਸੀ ਤਾਂ ਮੇਰੇ ਪਤੀ ਮੈਨੂੰ ਡਾਕਟਰ ਕੋਲ ਲੈ ਗਏ। ਡਾਕਟਰ ਦੀ ਇਹ ਖਬਰ ਸੁਣ ਕੇ ਸਾਡੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਡਾਕਟਰ ਨੇ ਕਿਹਾ ਕਿ ਮੈਂ ਗਰਭਵਤੀ ਹਾਂ। ਵਿਆਹ ਦੇ 3 ਸਾਲ ਬਾਅਦ ਜਦੋਂ ਮੈਨੂੰ ਇਹ ਖੁਸ਼ਖਬਰੀ ਮਿਲੀ ਤਾਂ ਮੇਰੀ ਖੁਸ਼ੀ ਦੁੱਗਣੀ ਹੋ ਗਈ। ਮੈਂ ਅਤੇ ਮੇਰੇ ਪਤੀ ਬਹੁਤ ਖੁਸ਼ ਰਹਿਣ ਲੱਗੇ। ਮੇਰੇ ਪਤੀ ਨੇ ਮੈਨੂੰ ਆਪਣੇ ਬੱਚਿਆਂ ਨੂੰ ਟਿਊਸ਼ਨ ਦੇਣਾ ਬੰਦ ਕਰ ਦਿੱਤਾ ਅਤੇ ਘਰ ਦੇ ਕੰਮ ਕਰਨ ਤੋਂ ਵੀ ਰੋਕ ਦਿੱਤਾ। ਉਸਨੇ ਮੇਰੇ ਲਈ ਘਰ ਦਾ ਸਾਰਾ ਕੰਮ ਕਰਨ ਲਈ ਇੱਕ ਨੌਕਰਾਣੀ ਰੱਖ ਲਈ ਸੀ। ਮੇਰੇ ਪਤੀ ਮੇਰਾ ਬਹੁਤ ਖਿਆਲ ਰੱਖਣ ਲੱਗ ਪਏ ਸਨ ਅਤੇ ਮੈਨੂੰ ਵੱਧ ਤੋਂ ਵੱਧ ਆਰਾਮ ਕਰਨ ਲਈ ਕਹਿੰਦੇ ਸਨ। ਮੇਰੇ ਵਾਂਗ ਉਹ ਵੀ ਆਪਣੇ ਬੱਚੇ ਲਈ ਬਹੁਤ ਖੁਸ਼ ਸੀ। ਵਿਆਹ ਦੇ 3 ਸਾਲ ਬਾਅਦ ਇਹ ਖੁਸ਼ੀ ਸੁਣ ਕੇ ਅਸੀਂ ਪਾਗਲ ਹੋ ਗਏ। ਕੁਝ ਦਿਨਾਂ ਬਾਅਦ ਮੇਰੇ ਜੇਠ ਜੀ ਵੀ ਛੁੱਟੀ ਲੈ ਕੇ ਘਰ ਆ ਗਏ ਅਤੇ ਸਾਨੂੰ ਦੋਵਾਂ ਨੂੰ ਮਿਲਣ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰਨ ਲੱਗੇ। ਹੁਣ ਮੇਰੇ ਪਤੀ ਦਫ਼ਤਰ ਤੋਂ ਕੰਮ ਕਰਕੇ ਦੇਰ ਰਾਤ ਘਰ ਆਉਂਦੇ ਸਨ। ਉਹ ਰਾਤ ਨੂੰ ਓਵਰਟਾਈਮ ਵੀ ਕਰਦੇ ਸੀ ਤਾਂ ਜੋ ਵੱਧ ਤੋਂ ਵੱਧ ਮੁਨਾਫਾ ਕਮਾ ਸਕੇ। ਹੁਣ ਮੇਰੇ ਹੋਣ ਵਾਲੇ ਬੱਚੇ ਕਰਕੇ ਉਸ ਦੀਆਂ ਜ਼ਿੰਮੇਵਾਰੀਆਂ ਹੋਰ ਵੀ ਵੱਧ ਗਈਆਂ ਸਨ। ਮੈਂ ਸਾਰਾ ਦਿਨ ਘਰ ਵਿੱਚ ਆਰਾਮ ਕਰਦੀ ਸੀ ਕਿਉਂਕਿ ਹੁਣ ਘਰ ਦਾ ਜ਼ਿਆਦਾਤਰ ਕੰਮ ਨੌਕਰਾਣੀ ਕਰਦੀ ਸੀ। ਬਹੁਤ ਜ਼ਿਆਦਾ ਲੇਟਣ ਨਾਲ ਵੀ ਮੈਨੂੰ ਥਕਾਵਟ ਮਹਿਸੂਸ ਹੁੰਦੀ ਸੀ ਅਤੇ ਮੇਰਾ ਸਰੀਰ ਦੁਖਦਾ ਰਹਿੰਦਾ ਸੀ। ਉਸ ਦਿਨ ਮੇਰੀ ਹਾਲਤ ਬਹੁਤ ਖਰਾਬ ਹੋ ਗਈ ਸੀ। ਮੈਂ ਠੀਕ ਮਹਿਸੂਸ ਨਹੀਂ ਕਰ ਰਹੀ ਸੀ। ਸਾਰਾ ਸਰੀਰ ਦਰਦ ਕਰ ਰਿਹਾ ਸੀ। ਮੇਰੇ ਪਤੀ ਵੀ ਅਜੇ ਦਫ਼ਤਰ ਤੋਂ ਨਹੀਂ ਆਏ ਸਨ। ਮੈਂ ਸੋਚਿਆ ਕਿ ਅੱਜ ਮੇਰੇ ਜੇਠ ਜੀ ਵੀ ਘਰ ਵਿੱਚ ਮੌਜੂਦ ਹੈ ਅਤੇ ਮੇਰੀ ਜਠਾਣੀ ਵੀ ਨਹੀਂ ਹੈ। ਮੈਂ ਉਹਨਾਂ ਨੂੰ ਮਸਾਜ ਕਰਵਾਉਣ ਲਈ ਕਹਿੰਦੀ ਹਾਂ। ਮੇਰਾ ਸਰੀਰ ਬਹੁਤ ਦਰਦ ਕਰ ਰਿਹਾ ਸੀ। ਫਿਰ ਮੈਂ ਆਪਣੇ ਜੇਠ ਜੀ ਦੇ ਕਮਰੇ ਵਿੱਚ ਚਲੀ ਗਈ। ਮੈਨੂੰ ਦੇਖ ਕੇ ਮੇਰੇ ਜੇਠ ਜੀ ਹੈਰਾਨ ਰਹਿ ਗਏ। ਮੈਂ ਕੁਝ ਦੇਰ ਸੋਚਿਆ ਕਿ ਮੈਂ ਉਸ ਨੂੰ ਕਿਵੇਂ ਕਹਾਂ, ਪਰ ਫਿਰ ਮੈਂ ਹਿੰਮਤ ਇਕੱਠੀ ਕੀਤੀ ਅਤੇ ਆਪਣੀ ਸ਼ਰਮ ਨੂੰ ਪਾਸੇ ਰੱਖਿਆ ਕਿਉਂਕਿ ਉਹ ਹੋਰ ਔਰਤਾਂ ਦੇ ਵੀ ਮਾਲਿਸ਼ ਕਰਦੇ ਸੀ। ਇਸ ਲਈ ਮੈਂ ਆਪਣੇ ਜੇਠ ਜੀ ਨੂੰ ਪੁੱਛਿਆ, ਵੀਰ ਜੀ, ਕੀ ਤੁਸੀਂ ਲਾਈਟਾਂ ਬੰਦ ਕਰਕੇ ਮੇਰੇ ਸਰੀਰ ਦੀ ਮਾਲਿਸ਼ ਕਰ ਸਕਦੇ ਹੋ? ਪਰ ਅਗਲਾ ਪਲ ਮੇਰੇ ਲਈ ਹੈਰਾਨੀ ਵਾਲਾ ਬਣ ਗਿਆ ਸੀ। ਜਿਵੇਂ ਹੀ ਵੀਰ ਜੀ ਆਪਣੀ ਥਾਂ ਤੋਂ ਉੱਠੇ, ਉਸ ਦੇ ਚਿਹਰੇ ਤੇ ਡਰ ਦਿਖਾਈ ਦੇਣ ਲੱਗਾ। ਉਹ ਮੈਨੂੰ ਕਹਿਣ ਲੱਗਾ, ਨਹੀਂ ਨਹੀਂ ਰਸ਼ਮੀ, ਮੇਰਾ ਮੇਰੇ ਭਰਾ ਨਾਲ ਇੱਕ ਹੀ ਰਿਸ਼ਤਾ ਬਚਿਆ ਹੈ। ਮੈਂ ਆਪਣਾ ਉਹ ਰਿਸ਼ਤਾ ਖਰਾਬ ਨਹੀਂ ਕਰਨਾ ਚਾਹੁੰਦਾ। ਤੁਸੀਂ ਕਿਰਪਾ ਕਰਕੇ ਮੇਰੇ ਕਮਰੇ ਤੋਂ ਚਲੇ ਜਾਓ। ਮੈਂ ਆਪਣੇ ਜੇਠ ਜੀ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ। ਸ਼ਰਮਿੰਦਗੀ ਕਾਰਨ ਮੇਰੇ ਲਈ ਕਦਮ ਚੁੱਕਣਾ ਵੀ ਔਖਾ ਹੋ ਰਿਹਾ ਸੀ। ਮੈਂ ਵਾਪਸ ਆਪਣੇ ਕਮਰੇ ਵਿੱਚ ਆ ਕੇ ਸੋਚਣ ਲੱਗੀ ਕਿ ਮੇਰੇ ਜੇਠ ਜੀ ਨੇ ਮੈਨੂੰ ਗਲਤ ਕਿਉਂ ਸਮਝਿਆ। ਮੈਂ ਉਸ ਨੂੰ ਮਸਾਜ ਬਾਰੇ ਹੀ ਕਹਿ ਰਹੀ ਸੀ। ਉਹ ਹੋਰ ਔਰਤਾਂ ਦੀ ਵੀ ਮਾਲਿਸ਼ ਕਰਦਾ ਸੀ, ਇਸ ਲਈ ਉਹ ਮੇਰੇ ਵੀ ਉਸੇ ਤਰ੍ਹਾਂ ਮਾਲਿਸ਼ ਕਰ ਸਕਦੀ ਸੀ, ਪਰ ਪਤਾ ਨਹੀਂ ਕਿਉਂ
ਉਸਨੇ ਮੈਨੂੰ ਆਪਣੇ ਕਮਰੇ ਵਿੱਚ ਭੇਜ ਦਿੱਤਾ ਅਤੇ ਅਗਲੀ ਸਵੇਰ ਜਿਵੇਂ ਹੀ ਮੇਰੇ ਜੇਠ ਜੀ ਆਪਣਾ ਸਮਾਨ ਬੰਨ੍ਹ ਕੇ ਕਿਸੇ ਹੋਰ ਸ਼ਹਿਰ ਵਿੱਚ ਆਪਣੇ ਕੰਮ ਲਈ ਚਲੇ ਗਏ ਸੀ, ਫਿਰ ਕੁਝ ਦਿਨਾਂ ਬਾਅਦ ਮੈਨੂੰ ਅਤੇ ਸਾਰੇ ਗੁਆਂਢ ਨੂੰ ਇੱਕ ਅਜੀਬ ਖਬਰ ਸੁਣਨ ਨੂੰ ਮਿਲੀ ਜਿਸ ਨੇ ਸਾਡੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਸ ਦਿਨ ਸੁਨੀਤਾ ਨੇ ਰੋਂਦੇ ਹੋਏ ਸਾਰਿਆਂ ਦੇ ਸਾਹਮਣੇ ਕਬੂਲ ਕੀਤਾ ਕਿ ਉਸਨੇ ਮੇਰੇ ਜੇਠ ਜੀ ਤੇ ਗਲਤ ਇਲਜ਼ਾਮ ਲਾਏ ਸਨ। ਸੁਨੀਤਾ ਮੇਰੇ ਜੇਠ ਜੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਅਤੇ ਉਸ ਨੂੰ ਬਹੁਤ ਪਿਆਰ ਕਰਦੀ ਸੀ, ਪਰ ਮੇਰੇ ਜੇਠ ਜੀ ਸਲੀਕੇ ਵਾਲੇ ਬੰਦੇ ਸੀ। ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦੇ ਸੀ। ਪਤਨੀ ਦੀ ਮੌਤ ਤੋਂ ਬਾਅਦ ਉਸਨੇ ਕਿਸੇ ਹੋਰ ਬਾਰੇ ਸੋਚਣਾ ਵੀ ਜ਼ਰੂਰੀ ਨਹੀਂ ਸਮਝਿਆ। ਜਦੋਂ ਸੁਨੀਤਾ ਨੇ ਉਸ ਨੂੰ ਵਿਆਹ ਬਾਰੇ ਪੁੱਛਿਆ ਸੀ ਤਾਂ ਉਸਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਜਦੋਂ ਉਸਨੇ ਸੁਨੀਤਾ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਸੁਨੀਤਾ ਨੇ ਉਸ ਨੂੰ ਲੋਕਾਂ ਦੇ ਸਾਹਮਣੇ ਸਿਰ ਝੁਕਾਉਣ ਲਈ ਮਜਬੂਰ ਕਰ ਦਿੱਤਾ ਤਾਂ ਜੋ ਉਸ ਨਾਲ ਵਿਆਹ ਕਰਵਾਉਣ ਲਈ ਮਜਬੂਰ ਹੋ ਜਾਵੇ। ਇਸ ਗੱਲ ਤੇ ਸਭ ਤੋਂ ਵੱਧ ਨੁਕਸਾਨ ਸੁਨੀਤਾ ਦਾ ਹੋਇਆ ਕਿਉਂਕਿ ਇਹ ਖਬਰ ਪੂਰੇ ਇਲਾਕੇ ਵਿੱਚ ਫੈਲਣ ਤੋਂ ਬਾਅਦ ਸੁਨੀਤਾ ਲਈ ਰਿਸ਼ਤੇ ਆਉਣੇ ਬੰਦ ਹੋ ਗਏ ਅਤੇ ਮੇਰੇ ਜੇਠ ਜੀ ਵੀ ਸ਼ਰਮ ਕਾਰਨ ਸ਼ਹਿਰ ਛੱਡ ਕੇ ਚਲੇ ਗਏ। ਹੁਣ ਸੁਨੀਤਾ ਦੀ ਮੰਗਣੀ ਅੱਧ-ਖੜ ਉਮਰ ਦੇ ਵਿਅਕਤੀ ਨਾਲ ਹੋ ਗਈ ਸੀ ਅਤੇ ਕੁਝ ਹੀ ਦਿਨਾਂ ਵਿੱਚ ਉਸ ਦਾ ਵਿਆਹ ਹੋਣ ਵਾਲਾ ਸੀ। ਪੂਰੇ ਇਲਾਕੇ ਦੇ ਲੋਕਾਂ ਦੇ ਦਿਲਾਂ ਵਿੱਚ ਮੇਰੇ ਜੇਠ ਜੀ ਪ੍ਰਤੀ ਜੋ ਗੁੱਸਾ ਸੀ ਉਹ ਹੁਣ ਦੂਰ ਹੋ ਗਿਆ ਸੀ ਅਤੇ ਹੁਣ ਮੇਰੇ ਜੇਠ ਜੀ ਵੀ ਇਲਾਕੇ ਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਸਹੀ ਬਣ ਗਏ ਸੀ। ਉਸ ਦੀ ਗਵਾਚੀ ਹੋਈ ਇੱਜ਼ਤ ਵਾਪਸ ਆ ਗਈ। ਪਰ ਮੈਂ ਇਹ ਸੋਚ ਕੇ ਚਿੰਤਤ ਸੀ ਕਿ ਉਸ ਦਿਨ ਮੇਰੇ ਜੇਠ ਜੀ ਨੇ ਮੈਨੂੰ ਅਜਿਹਾ ਕਿਉਂ ਕਿਹਾ ਅਤੇ ਉਸ ਨੇ ਮੈਨੂੰ ਗਲਤ ਕਿਉਂ ਸਮਝਿਆ। ਇਹ ਸੋਚ ਕੇ ਮੈਂ ਪਾਗਲ ਹੋ ਰਹੀ ਸੀ। ਜਦੋਂ ਮੇਰੇ ਜੇਠ ਜੀ ਫਿਰ 1 ਮਹੀਨੇ ਦੀ ਛੁੱਟੀ ਤੇ ਘਰ ਆਏ ਸੀ ਤਾਂ ਉਹ ਮੈਨੂੰ ਟਾਲਣ ਲੱਗ ਪਈ ਸੀ। ਮੈਂ ਵੀ ਉਸ ਨਾਲ ਗੱਲ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਸੀ ਅਤੇ ਅੱਜ ਵੀ ਮੇਰੇ ਪਤੀ ਹਮੇਸ਼ਾ ਦੀ ਤਰ੍ਹਾਂ ਦਫ਼ਤਰ ਵਿੱਚ ਹੀ ਸਨ। ਜਦੋਂ ਮੈਂ ਆਪਣੇ ਜੇਠ ਜੀ ਲਈ ਭੋਜਨ ਲੈ ਕੇ ਉਸਦੇ ਕਮਰੇ ਵਿੱਚ ਗਈ ਤਾਂ ਉਹ ਮੈਨੂੰ ਕਹਿਣ ਲੱਗੀ, ਰਸ਼ਮੀ, ਮੈਂ ਤੁਹਾਨੂੰ ਇੱਕ ਜ਼ਰੂਰੀ ਗੱਲ ਦੱਸਣਾ ਚਾਹੁੰਦਾ ਹਾਂ। ਰਸ਼ਮੀ, ਉਸ ਦਿਨ ਜੋ ਵੀ ਹੋਇਆ ਮੈਂ ਉਸ ਲਈ ਸ਼ਰਮਿੰਦਾ ਹਾਂ। ਦਰਅਸਲ ਸੁਨੀਤਾ ਦੇ ਕਾਰਨ ਮੇਰੀ ਮਾਨਸਿਕ ਹਾਲਤ ਕਾਫੀ ਵਿਗੜ ਗਈ ਸੀ। ਮੈਂ ਅਚਾਨਕ ਡਿਪਰੈਸ਼ਨ ਵਿੱਚ ਚਲਾ ਗਿਆ ਸੀ। ਮੈਨੂੰ ਲੱਗਾ ਜਿਵੇਂ ਹਰ ਔਰਤ ਮਰਦ ਨੂੰ ਗਲਤ ਸਮਝੇਗੀ। ਇਹੀ ਕਾਰਨ ਹੈ ਕਿ ਮੈਂ ਅਣਜਾਣੇਪੁਣੇ ਵਿੱਚ ਤੁਹਾਡੇ ਬਾਰੇ ਅਜਿਹੀ ਗਲਤ ਗੱਲ ਕਹਿ ਦਿੱਤੀ। ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ। ਮੈਂ ਕਾਫੀ ਦੇਰ ਬਾਅਦ ਆਪਣੇ ਜੇਠ ਜੀ ਦੀ ਇਸ ਗੱਲ ਤੇ ਖੁੱਲ੍ਹ ਕੇ ਮੁਸਕਰਾਈ ਸੀ ਅਤੇ ਉਸ ਨੂੰ ਕਿਹਾ ਕਿ ਮੈਂ ਤੁਹਾਡੇ ਮਨ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦੀ ਹਾਂ ਅਤੇ ਮੈਂ ਤੁਹਾਡੇ ਨਾਲ ਨਾਰਾਜ਼ ਨਹੀਂ ਹਾਂ। ਉਹ ਵੀ ਮੇਰੀ ਗੱਲ ਸੁਣ ਕੇ ਹਲਕੇ ਫੁਲਕੇ ਹੋ ਗਏ ਸੀ ਅਤੇ ਫਿਰ ਵਾਪਸ ਚਲੇ ਗਏ। ਹੁਣ ਉਹ ਕਿਸੇ ਹੋਰ ਸ਼ਹਿਰ ਵਿੱਚ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਬਤੀਤ ਕਰ ਰਹੇ ਹਨ। ਹੁਣ ਉਹ ਚੰਗੀ ਕਮਾਈ ਕਰਨ ਲੱਗ ਪਏ ਹਨ, ਪਰ ਅੱਜ ਵੀ ਉਹ ਆਪਣੀ ਪਤਨੀ ਨੂੰ ਬਹੁਤ ਯਾਦ ਕਰਦੇ ਹਨ। ਸੁਨੀਤਾ ਦੇ ਕਾਰਨ ਉਸ ਨੂੰ ਇੱਥੋਂ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ। ਇਸ ਬੇਇੱਜ਼ਤੀ ਕਾਰਨ ਉਸ ਨੂੰ ਕਾਨਪੁਰ ਆਉਣਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ। ਉਹ ਉੱਥੇ ਕਿਸੇ ਹੋਰ ਸ਼ਹਿਰ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਹ ਹਰ ਮਹੀਨੇ ਛੁੱਟੀ ਵਾਲੇ ਦਿਨ ਹੀ ਸਾਡੇ ਘਰ ਆਉਂਦੇ ਹਨ। ਸੁਨੀਤਾ ਮੇਰੇ ਜੇਠ ਜੀ ਨਾਲ ਵਿਆਹ ਕਰਨਾ ਚਾਹੁੰਦੀ ਸੀ, ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਦੀ ਪਤਨੀ ਦੀ ਮੌਤ ਤੋਂ ਬਾਅਦ ਵੀ ਇਸ ਆਦਮੀ ਦੇ ਦਿਲ ਵਿੱਚ ਇੰਨੀ ਜਗ੍ਹਾ ਸੀ ਕਿ ਉਸ ਨੇ ਕਦੇ ਵੀ ਕਿਸੇ ਔਰਤ ਨੂੰ ਗਲਤ ਨਜ਼ਰ ਨਾਲ ਨਹੀਂ ਦੇਖਿਆ। ਸੁਨੀਤਾ ਉਸ ਨੂੰ ਪਹਿਲਾਂ ਹੀ ਪਸੰਦ ਕਰਦੀ ਸੀ, ਪਰ ਉਹ ਕਦੇ ਕਹਿ ਨਹੀਂ ਸਕੀ ਸੀ। ਸੁਨੀਤਾ ਵੱਡੀ ਸੀ, ਪਰ ਉਹ ਮੇਰੇ ਜੇਠ ਜੀ ਦੇ ਵਿਆਹ ਦੀ ਉਡੀਕ ਕਰ ਰਹੀ ਸੀ। ਜਦੋਂ ਉਸ ਨੂੰ ਮੇਰੇ ਜੇਠ ਜੀ ਦੀ ਪਤਨੀ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਸ ਨੇ ਮੇਰੇ ਜੇਠ ਜੀ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ, ਪਰ ਉਹ ਅਸਫਲ ਰਹੀ ਅਤੇ ਮੇਰੇ ਜੇਠ ਜੀ ਵਿਆਹ ਲਈ ਰਾਜ਼ੀ ਨਹੀਂ ਹੋਏ। ਇਸ ਲਈ ਉਸਨੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਸੁਨੀਤਾ ਦਾ ਵਿਆਹ ਅੱਧ-ਖੜ ਉਮਰ ਦੇ ਵਿਅਕਤੀ ਨਾਲ ਹੋਇਆ ਹੈ। ਸ਼ਾਇਦ ਇਹ ਉਸ ਦੀ ਸਜ਼ਾ ਸੀ, ਪਰ ਸਾਡੇ ਲਈ ਖੁਸ਼ੀ ਦੀ ਗੱਲ ਸੀ ਕਿ ਹੁਣ ਮੇਰੇ ਜੇਠ ਜੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹਨ ਅਤੇ ਸ਼ਹਿਰ ਵਿੱਚ ਜਾ ਕੇ ਬਹੁਤ ਪੈਸਾ ਕਮਾ ਰਹੇ ਹਨ ਅਤੇ ਉਹਨਾਂ ਕੋਲ ਲੋੜੀਂਦੀ ਹਰ ਚੀਜ਼ ਹੈ। ਪਰ ਅੱਜ ਤੱਕ ਵਿਆਹ ਦਾ ਖਿਆਲ ਉਸ ਦੇ ਦਿਮਾਗ ਵਿੱਚ ਨਹੀਂ ਆਇਆ ਕਿਉਂਕਿ ਉਹ ਅੱਜ ਵੀ ਆਪਣੀ ਮਰੀ ਹੋਈ ਪਤਨੀ ਨੂੰ ਬਹੁਤ ਪਿਆਰ ਕਰਦੇ ਹਨ। ਕੁਝ ਮਹੀਨਿਆਂ ਬਾਅਦ ਮੈਂ ਇੱਕ ਸੁੰਦਰ ਪੁੱਤਰ ਨੂੰ ਜਨਮ ਦਿੱਤਾ। ਅਸੀਂ ਪਤੀ ਪਤਨੀ ਆਪਣੇ ਪੁੱਤਰ ਨਾਲ ਬਹੁਤ ਖੁਸ਼ ਹਾਂ। ਜਦੋਂ ਮੇਰੇ ਜੇਠ ਜੀ ਘਰ ਆਉਂਦੇ ਹੈ ਤਾਂ ਉਹ ਹਮੇਸ਼ਾ ਮੇਰੇ ਪੁੱਤਰ ਲਈ ਕੋਈ ਨਾ ਕੋਈ ਤੋਹਫਾ ਲੈ ਕੇ ਆਉਂਦੇ ਹਨ। ਲੋਕ ਹਮੇਸ਼ਾ ਮਰਦਾਂ ਨੂੰ ਗਲਤ ਸਮਝਦੇ ਹਨ, ਪਰ ਕਈ ਵਾਰ ਔਰਤ ਨੂੰ ਗਲਤ ਸਾਬਤ ਕਰਨ ਲਈ ਮਰਦ ਤੇ ਦੋਸ਼ ਵੀ ਲਗਾ ਦਿੰਦੀ ਹੈ। ਹਰ ਵਾਰ ਇਸ ਵਿੱਚ ਆਦਮੀ ਦਾ ਕਸੂਰ ਨਹੀਂ ਹੁੰਦਾ। ਔਰਤ ਆਪਣੇ ਫਾਇਦੇ ਲਈ ਦੂਜਿਆਂ ਨੂੰ ਵੀ ਗਲਤ ਸਾਬਤ ਕਰਦੀਆਂ ਹਨ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ। ਧੰਨਵਾਦ।